ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋ ਨਿਹਾਲ। ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਜਪੋ ਖਾਲਸਾ ਸਾਰੇ ਜਗ ਦੀ ਜੋਤ ਨੂੰ। ਜਪੋ ਖਾਲਸਾ ਜਗ ਦੀ ਜੋਤ ਨੂੰ। ਸਾਰੇ ਜਗ ਦੀ ਜੋਤ ਨੂੰ। ਜਪੋ ਖਾਲਸਾ ਜਗ ਦੀ ਜੋਤ ਨੂੰ। ਜਪੋ ਖਾਲਸਾ ਜਗ ਦੀ ਜੋਤ ਨੂੰ। ਓ ਖਾਲਸਾ ਸਾਰੇ ਜਗ ਦੀ ਜੋਤ ਨੂੰ। ਜਪੋ ਖਾਲਸਾ ਜਗ ਦੀ ਜੋਤ ਨੂੰ। ਜਪੋ ਖਾਲਸਾ ਸਾਰੇ ਜਗ ਦੀ ਜੋਤ ਨੂੰ। 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 ਜਪੋ ਖਾਲਸਾ ਜਗ ਦੀ ਜੋਤ ਨੂੰ। 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 ਜਗ ਦੀ ਜੋਤ 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 ਨੂੰ। 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 ਜਗ ਦੀ ਜੋਤ ਜਗ ਦੀ ਜੋਤ ਨੂੰ। ਜਗ ਦੀ ਜੋਤ ਦੀ ਜੋਤ ਨੂੰ। ਜਗ ਦੀ ਜੋਤ ਨੂੰ। ਜਪੋ ਖਾਲਸਾ ਸਾਰੇ ਜਗ ਦੀ ਜੋਤ ਨੂੰ।
ਜਪੋ ਖਾਲਸਾ ਜੀ ਸਾਰੇ ਜਗ ਦੀ ਜੋਤ ਨੂੰ ਜਗ ਦੀ ਜੋਤ ਨੂੰ ਜਪੋ ਖਾਲਸਾ ਸਾਰੇ ਜਗ ਦੀ ਜੋਤ ਜਪੋ ਖਾਲਸਾ ਜੀ ਓ ਖਾਲਸਾ ਜਗ ਦੀ ਜੋਤ ਨੂੰ ਵਾਹਿਗੁਰੂ 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 ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨਹਿਤ ਨਯਨ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨਹਿਤ ਨਯਨ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹਿ ਨ ਖਾਲਸ ਜਾਣੈ ਤੀਰਥ ਗਾਨ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪ੍ਰਸੰਨ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੈ ਖਾਲਸ ਤਾਹੇ ਨ ਖਾਲਸ ਜਾਣੈ ਵਾਹਿਗੁਰੂ 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 ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਤੁਰ ਕੇ ਬਾਣੀ ਦਾ ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ ਬਾਣੀ ਦਾ ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ ਬਾਣੀ ਦਾ ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ
ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਨੂੰ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਨੀ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਦੁਨੀਆ ਦੇ ਜੀ ਤਾਰਨੇ ਨੂੰ। ਦੁਨੀਆ ਦੇ ਜੀ ਤਾਰਨੇ ਨੂੰ। ਦੁਨੀਆਂ 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 ਦੇ ਜੀ ਤਾਰਨੇ ਨੂੰ। ਦੁਨੀਆ ਦੇ ਜੀ ਤਾਰਨੇ ਨੂੰ। ਦੁਨੀਆ ਦੇ ਜੀ ਤਾਰਨੇ ਨੂੰ। ਦੁਨੀਆਂ ਦੇ ਜੀ ਤਾਰਨੇ ਨੂੰ। ਦੁਨੀਆਂ ਦੇ ਜੀ ਤਾਰਨੇ ਨੂੰ। ਦੁਨੀਆਂ ਦੇ ਜੀ ਤਾਰਨੇ ਨੂੰ। ਜੀ ਤਾਰਨੇ ਨੂੰ। ਕੀ ਪਾਣੀ ਦਾ ਜਹਾਜ਼ ਬਣਾਇਆ, ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ। ਪਾਣੀ ਦਾ ਜਹਾਜ਼ ਬਣਾਇਆ ਦੁਨੀਆ ਦੇ ਤਾਰਨੇ ਨੂੰ। ਕੀ ਬਾਣੀ ਦਾ ਜਹਾਜ਼ ਬਣਾਇਆ ਨੀ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਨੀ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਨੂੰ। ਬਾਣੀ ਦਾ ਜਹਾਜ਼ ਬਣਾਇਆ ਦੁਨੀਆਂ ਦੇ ਤਾਰਨੇ ਨੂੰ। ਜੇ ਤੁਰ ਕੇ ਬਾਣੀ ਆਏ ਤਨ ਸਗਲੇ ਚਿੰਤ ਮਿਟਾਏ। ਤੁਰ ਕੇ ਬਾਣੀ ਆਈ ਤਨ ਸਗਲੇ ਚਿੰਤ ਮਿਟਾਏ। ਤੁਰ ਕੇ ਬਾਣੀ ਆਈ ਤਨ ਸਗਲੇ ਚਿੰਤ ਮਿਟਾਏ।
ਸਨਮਾਨਯੋਗ ਸਤਿਗੁਰਾਂ ਦੇ ਸਾਜੀ ਨਵਾਜੇ ਗੁਰੂ ਪਿਆਰੇ, ਗੁਰੂ ਸਵਾਰੇ, ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸੱਚਖੰਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸੋ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ, ਦੋਵੇਂ ਹੱਥ ਜੋੜ ਕੇ ਸੀਸ ਨਵਾ ਕੇ ਸਤਿਗੁਰਾਂ ਜੀ ਨੂੰ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਉੱਤਮ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸਨ, ਜਿਨ੍ਹਾਂ ਦੇ ਭੋਗ ਪੈ ਚੁੱਕੇ ਹਨ। ਆਓ ਕੁਝ ਸਮਾਂ ਆਪਾਂ ਕੀਰਤਨ ਦਰਬਾਰ ਦੀ ਹਾਜ਼ਰੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕਲਯੁਗੀ ਜੀਵਾਂ ਦੇ ਉੱਪਰ ਮਿਹਰ ਰਹਿਮਤ ਕਰ ਰਹੇ ਨੇ। ਸਤਿਗੁਰਾਂ ਨੇ ਬੜਾ ਤਰਸ ਕੀਤਾ, ਤਰਸ ਕਰਕੇ ਹੀ ਆਪਾਂ ਨੂੰ ਐਡਾ ਖਜ਼ਾਨਾ ਤੁਰਕੀ ਬਾਣੀ ਦਾ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਨੇ ਸਾਨੂੰ ਜੀਵਨ ਜਾਂਚ ਸਤਿਗੁਰੂ ਜੀ ਨੇ ਸਿਖਾਈ ਤੇ ਗੁਰਮੁਖ ਪਿਆਰਿਓ, ਇੱਕ ਇੱਕ ਵਚਨ ਅਨਮੋਲਕ ਹੈ ਤੇ ਜਿਨ੍ਹਾਂ ਨੂੰ ਸੁਣ ਕੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਇੱਕ ਇੱਕ ਅਮੋਲਕ ਵਚਨ ਹੈ ਸਤਿਗੁਰੂ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਜੀ ਦੇ ਵਿੱਚ, ਉੱਤਮ ਸ਼ਲੋਕ ਸਾਧ ਕੇ ਬਚਨ। ਇਹ ਸਾਧੂਆਂ ਦੇ ਬਚਨ ਨੇ, ਪੂਰਨ ਸਾਧੂਆਂ ਦੇ, ਭੇਖੀਆਂ ਦੇ ਨਹੀਂ। ਇੱਕ ਤਾਂ ਹੁੰਦੇ ਇਕੱਲੇ ਲਿਬਾਸ ਵਾਲੇ ਸਾਧੂ, ਪਰ ਅੰਦਰ ਨਹੀਂ ਕੁਝ ਹੁੰਦਾ। ਇਹ ਉਹਨਾਂ ਸਾਧੂਆਂ ਦੇ ਬਚਨ ਨੇ ਜਿਨ੍ਹਾਂ ਨੂੰ ਅਨੁਭਵ ਹੋਇਆ ਬਸ, ਜਿਹੜੇ ਉਹ ਪਰਮੇਸ਼ਰ ਦੇ ਨਾਲ ਇੱਕ ਮਿਕ ਹੋਏ ਸਨ। ਉਹਨਾਂ ਦੇ ਵਿੱਚ ਫਰਕ ਨਹੀਂ ਸੀ। ਉਹਨਾਂ ਸਾਧੂਆਂ ਦੀ ਗੱਲ ਕੀਤੀ ਹੈ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ। ਜਿਹੜਾ ਇਹਨਾਂ ਬਚਨਾਂ ਨੂੰ ਸੁਣਦਾ ਹੈ, ਸੁਣਤ ਕਮਾਵਤ, ਸੁਣ ਤਾਂ ਲੈਨੇ ਆ ਪਰ ਅਗਲਾ ਵਚਨ ਕਮਾਉਣ ਦਾ ਹੈ। ਕੱਲਾ ਸੁਣ ਕੇ ਨਹੀਂ ਗੱਲ ਬਣਦੀ, ਸੁਣ ਕੇ ਕੱਲੀ ਗੱਲ ਨਹੀਂ ਬਣਦੀ, ਪਰ ਗੱਲ ਕਮਾਉਣ ਦੀ ਵੀ ਹੈ। ਵੀ ਇਹਨਾਂ ਬਚਨਾਂ ਨੂੰ ਕਮਾਈਏ, ਇੱਕ ਇੱਕ ਬਚਨ ਨੂੰ ਕਮਾਈਏ ਗੁਰੂ ਸਾਹਿਬ। ਨਹੀਂ ਤਾਂ ਆਪਾਂ ਪਤਾ ਨਹੀਂ ਕਿੰਨੇ ਕੁ ਪਾਠ ਕਰ ਲਏ ਤੇ ਕਿੰਨੇ ਕੁ ਸੁਣ ਲਏ, ਫਰਕ ਅਜੇ ਆਪਣਾ ਕੁਝ ਪਿਆ ਨਹੀਂ। ਤੇ ਗੁਰਮੁਖ ਪਿਆਰਿਓ, ਆਪਣਾ ਤਾਂ ਜੇ ਉਹੀ ਹਾਲ ਆ, ਪੱਥਰ ਤੇ ਬੂੰਦ ਪਈ ਜਾਂ ਨਾ ਪਈ। ਪਰ ਕੋਸ਼ਿਸ਼ ਕਰੀਏ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ ਵੀ ਸੱਚੇ ਪਾਤਸ਼ਾਹ ਮਿਹਰ ਕਰ, ਸਾਨੂੰ ਆਪਣੇ ਪੱਲੇ ਦੇ ਨਾਲ ਜੋੜਨਾ ਕਰ, ਸਾਨੂੰ ਆਪਣੇ ਲੜ ਲਾ ਲਓ। ਪਰ ਸਤਿਗੁਰੂ ਜੀ ਮਿਹਰ ਕਰਦੇ ਨੇ, ਆਪਣੇ ਤੇ ਤਰਸ ਕੀਤਾ, ਸਤਿਗੁਰੂ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ।
ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਤੇ ਕਮਾਉਂਦਾ, ਤੇ ਗੁਰਮੁਖ ਪਿਆਰਿਓ ਸੁਣਤ ਕਮਾਵਤ ਹੋਤ ਉਧਾਰ, ਉਹਨਾਂ ਦਾ ਉਧਾਰ ਹੋ ਜਾਂਦਾ। ਫਿਰ ਉਹ ਆਪ ਵੀ ਤਰ ਜਾਂਦੇ ਨੇ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ। ਆਪ ਤਰੈ ਲੋਕ ਹੈ ਨਿਸਤਾਰ। ਗੱਲ ਪਹਿਲਾਂ ਸੁਣਨ ਦੀ ਹੈ ਤੇ ਸੁਣ ਕੇ ਮੰਨਣ ਦੀ ਹੈ। ਤੇ ਜਿਨ੍ਹਾਂ ਨੇ ਮੰਨਣ ਕੀਤਾ, ਸੁਣਿਆ ਤੇ ਮੰਨਿਆ ਤੇ ਨਿਧਿਆਸਨ ਕੀਤਾ, ਤੇ ਗੁਰਮੁਖ ਪਿਆਰਿਓ ਉਹਨਾਂ ਦੇ ਬੇੜੇ ਸਤਿਗੁਰੂ ਜੀ ਕਹਿੰਦੇ ਪਾਰ ਹੋ ਜਾਂਦੇ ਨੇ। ਪੜੋ ਪਿਆਰ ਨਾਲ। ਮਹਾਂਪੁਰਖ ਰਾਣਾ ਸਾਹਿਬ ਵਾਲੇ ਧਾਰਨਾ ਪੜ੍ਹਦੇ ਸੀ। ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ, ਤਿਨਾਂ ਦੇ ਬੇੜੇ ਪਾਰ ਹੋਣਗੇ। ਸੁਣਿਆ ਅਮਲ ਕੀਤਾ ਮੰਨ ਕੇ, ਤਿਨਾਂ ਦੇ ਬੇੜੇ ਪਾਰ ਹੋਣਗੇ। ਪਿਆਰੇ ਜੀ ਉਹਨਾਂ ਦੇ ਬੇੜੇ ਪਾਰ ਹੋਣਗੇ। ਫੈਸਲਾ ਮੰਨੇ ਕੀ ਗੱਤ ਕਹੀ ਨਾ ਜਾਏ। ਉਹਨਾਂ ਦੀ ਗੱਤ ਨਹੀਂ ਕਹੀ ਜਾ ਸਕਦੀ, ਉਹਨਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਭਾਗਾਂ ਵਾਲਿਓ ਗੁਰਬਾਣੀ ਨੂੰ ਸੁਣਨਾ
ਤੇ ਸੁਣ ਕੇ ਮੰਨਣਾ ਤੇ ਬੜਾ ਵੱਡਾ ਦਾ ਫਲ ਹੈ। ਤੇ ਗੁਰਮੁਖ ਪਿਆਰਿਓ, ਜਦੋਂ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ ਨਾ, ਫਿਰ ਗੁਰੂ ਦੇ ਦਰਸ਼ਨ ਹੁੰਦੇ ਨੇ। ਜ਼ਿੰਦਗੀ ਦੇ ਵਿੱਚ ਇੱਕ ਵਾਰੀ ਇਹ ਜ਼ਰੂਰ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਦੇ ਆਪ ਦਰਸ਼ਨ ਕਰੀਏ। ਬਾਹਰੋਂ ਤਾਂ ਆਪਾਂ ਵੇਖੀ ਜਾਂਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ। ਚਲੋ ਜਿਹੜਾ ਪੜ੍ਹਿਆ ਨਹੀਂ ਹੈ ਉਹ ਵੱਖਰੀ ਗੱਲ ਹੈ। ਜਿਹੜੇ ਪੜ੍ਹੇ ਲਿਖੇ ਨੇ ਤੇ ਗੁਰਮੁਖ ਪਿਆਰਿਓ, ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪ ਸਾਰੀ ਬਾਣੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਦੇਖੋ। ਇਹ ਜ਼ਰੂਰੀ ਹੈ। ਸਤਿਗੁਰੂ ਦੀ ਖੁਸ਼ੀ ਮਿਲਦੀ ਹੈ ਤੇ ਬੜਾ ਕੁਝ ਸਿੱਖਣ ਨੂੰ ਤੇ ਗੁਰਮੁਖ ਪਿਆਰਿਓ ਸਤਿਗੁਰੂ ਦੀ ਬਾਣੀ ਸਿਖਾਉਂਦੀ ਹੈ। ਇਸ ਕਰਕੇ ਉਹ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ, ਤੇ ਭਾਗਾਂ ਵਾਲਿਆਂ ਨੂੰ ਹੀ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ, ਤੇ ਭਾਗਾਂ ਵਾਲਿਆਂ ਨੂੰ ਹੀ ਗੁਰੂ ਸਾਹਿਬ ਆਪਣੀ ਗੋਦ ਦੇ ਵਿੱਚ ਬਿਠਾਉਂਦੇ ਨੇ। ਭਾਗਾਂ ਵਾਲਿਆਂ ਨੂੰ ਹੀ ਗੁਰੂ ਸਾਹਿਬ ਆਪਣੀ ਗਲਵਕੜੀ ਦੇ ਵਿੱਚ ਲੈਂਦੇ ਨੇ, ਤੇ ਉਹ ਵੀ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਗੁਰੂ ਸਾਹਿਬ ਆਪ ਚੱਲ ਕੇ ਜਾਂਦੇ। ਗਰੀਬਾਂ ਦੀਆਂ ਕੁੱਲੀਆਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚਰਨ ਪਾਉਂਦੇ। ਤੇ ਗੁਰਮੁਖ ਪਿਆਰਿਓ, ਜਿੰਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਅੱਜ ਤੱਕ ਇੰਨਾ ਕਿਸੇ ਗ੍ਰੰਥ ਦਾ ਸਤਿਕਾਰ ਨਹੀਂ ਹੈ। ਦੇਖਿਆ ਕਿਤੇ ਕਿਸੇ ਗ੍ਰੰਥ ਨੂੰ ਇੰਨੇ ਵਾਰੀ ਭੋਗ ਲੱਗਦਾ ਹੋਵੇ ਤੇ ਇਹੋ ਜਿਹੇ ਮਹਿੰਗੇ ਵਸਤਰ, ਸੁੰਦਰ ਰੁਮਾਲੇ ਕੋਈ ਭੇਟ ਕਰਦਾ ਹੋਵੇ ਕਿਸੇ ਕਿਤਾਬ ਗ੍ਰੰਥ ਨੂੰ। ਸੋਨੇ ਦੀ ਪਾਲਕੀ ਆ ਜਿਹਦੇ ਵਿੱਚ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਆ ਕਿਤੇ ਹਰਿਮੰਦਰ ਸਾਹਿਬ ਦਰਸ਼ਨ ਕਰਿਓ ਅੰਮ੍ਰਿਤ ਵੇਲੇ। ਕਿਵੇਂ ਰਣ ਸਿੰਘੇ ਵੱਜਦੇ ਨੇ, ਫੁੱਲਾਂ ਦੀਆਂ ਵਰਖਾਂ ਹੁੰਦੀਆਂ ਨੇ, ਤੇ ਗੁਰਮੁਖ ਪਿਆਰਿਓ ਵੱਡੇ ਵੱਡੇ ਉੱਥੇ ਅਮੀਰ ਲੋਕ ਖੜੇ ਹੁੰਦੇ ਨੇ ਮੋਢਾ ਲਾਉਣ ਵਾਸਤੇ, ਪਾਲਕੀ ਸਾਹਿਬ ਨੂੰ ਤਰਸਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਿੱਸੇ ਆਇਆ। ਤੇ ਗੁਰਮੁਖ ਪਿਆਰਿਓ, ਬਸ ਅਸੀਂ ਥੋੜੀ ਜਿਹੀ ਮਾਰ ਖਾ ਜਾਂਦੇ ਆ। ਇਹ ਕੇਵਲ ਗਿਆਨ ਨਹੀਂ ਹੈ, ਇਹ ਪ੍ਰਤੱਖ ਗੁਰੂ ਵੀ ਹੈ। ਜੇ ਕੇਵਲ ਕੱਲਾ ਗਿਆਨ ਹੀ ਹੁੰਦਾ ਤੇ ਗੁਰਮੁਖ ਪਿਆਰਿਓ ਫਿਰ ਗਿਆਨ ਤਾਂ ਯੂਨੀਵਰਸਿਟੀਆਂ ਚੋਂ ਮਿਲ ਜਾਣਾ ਸੀ, ਵੱਡੇ ਵੱਡੇ ਕਾਲਜਾਂ ਦੇ ਵਿੱਚੋਂ ਮਿਲ ਜਾਣਾ ਸੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਤੱਖ ਗੁਰੂ ਵੀ ਨੇ। ਪਰ ਇਹ ਪ੍ਰਤੱਖ ਉਹਨਾਂ ਦੇ ਲਈ ਆ ਜਿਹੜੇ ਮੰਨਦੇ ਨੇ। ਜਿਹਨੇ ਮੰਨਣਾ ਹੀ ਨਹੀਂ ਤੇ ਉਹਦੇ ਲਈ ਤਾਂ ਕੁਝ ਵੀ ਨਹੀਂ, ਉਹਦੇ ਲਈ ਤਾਂ ਕਾਗਜ਼ ਤੇ ਸਿਆਹੀ ਆ ਨਾ, ਅੱਖਰੀ ਨੇ ਉਹਦੇ ਲਈ। ਪਰ ਜੇ ਕੋਈ ਮੰਨ ਲਵੇ ਗੁਰੂ ਸਾਹਿਬ ਜੀ, ਉਹ ਸਨ ਧੰਨ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਜਿਹੜੇ ਇੱਕ ਇੱਕ ਅੱਖਰ ਨੂੰ ਗੁਰੂ ਨਾਨਕ ਦੇਖਦੇ ਸਨ, ਗੁਰੂ ਨਾਨਕ ਸਮਝਦੇ ਸਨ, ਇੱਕ ਇੱਕ ਅੱਖਰ। ਆ ਜਿਹੜੇ ਵੱਡੇ ਵੱਡੇ ਪਲੰਗ ਤੇ ਪ੍ਰਕਾਸ਼ ਹਨ, ਤੇ ਪਹਿਲਾਂ ਛੋਟੇ ਛੋਟੇ ਮੰਜੀ ਸਾਹਿਬਾਂ ਤੇ ਪ੍ਰਕਾਸ਼ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ, ਤੇ ਕਈ ਅਲਮਾਰੀਆਂ ਦੇ ਵਿੱਚ ਹੀ ਰੱਖ ਲੈਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਆਪ ਖੁਦ ਵੀ ਵੇਖੇ ਨੇ, ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਕਈ ਪਿੰਡਾਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਸਰੂਪ ਰੱਖੇ ਵੇਖੇ। ਤੇ ਗੁਰਮੁਖ ਪਿਆਰਿਓ, ਇਹ ਨਾਨਕਸਰ ਦੀ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੱਡੇ ਪਲੰਗ ਲਾ ਕੇ ਬਿਰਾਜਮਾਨ ਕਰਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੱਡੇ ਮੰਜੀ ਸਾਹਿਬਾਂ ਦੇ ਉੱਪਰ ਪ੍ਰਕਾਸ਼ ਹੋਣੇ, ਤੇ ਇਹ ਮਰਿਆਦਾ ਹੈ ਨਾਨਕਸਰ। ਪਰ ਗੁਰਮੁਖ ਪਿਆਰਿਓ, ਕੇਵਲ ਇੱਥੇ ਨਾ ਖੜ ਜਾਈਏ, ਕਿਤੇ ਰੁਮਾਲਿਆਂ ਤੱਕ ਸੀਮਤ ਨਾ ਰਹਿ ਜਾਈਏ। ਪਰ ਗੁਰਮੁਖ ਪਿਆਰਿਓ, ਆਪਾਂ ਅੱਗੇ ਵਧੀਏ, ਇਹਨੂੰ ਪੜ੍ਹ ਕੇ ਵੀ ਵੇਖੀਏ। ਰੁਮਾਲੇ ਚੜਾਉਣੇ ਵੀ ਜ਼ਰੂਰੀ ਨੇ, ਇਹ ਵੀ ਚੜਾਓ, ਦੇਗ ਪ੍ਰਸਾਦ ਕਰਾਓ, ਲੰਗਰ ਕਰਾਓ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਜੁੜੋ, ਬਾਣੀ ਦੇ ਨਾਲ ਵੀ ਜੁੜੋ। ਜਿੱਥੇ ਅਸੀਂ ਪਾਠ ਕਰਾਉਂਦੇ ਆ, ਬਾਣੀ ਸੁਣੋ।
ਜੇ ਘਰਾਂ ਦੇ ਵਿੱਚ ਗੁਰੂ ਘਰ ਪਾਠ ਕਰਾਉਂਦੇ ਆ ਤਾਂ ਸੁਣੋ ਬਾਣੀ ਨੂੰ ਵੀ ਸਤਿਗੁਰੂ ਜੀ ਕੀ ਕਹਿੰਦੇ ਨੇ। ਗੁਰੂ ਘਰ ਆਉਂਦੇ ਆ ਤੇ ਗੁਰੂ ਦਾ ਉਪਦੇਸ਼ ਲੈਣ ਵਾਸਤੇ ਆਈਏ ਇੱਥੇ, ਕੇਵਲ ਮਨੋਰੰਜਨ ਕਰਕੇ ਨਾ ਮੁੜ ਜਾਈਏ ਗੱਲਾਂ ਬਾਤਾਂ ਕਰਕੇ ਵੀ ਗਏ ਸੀ ਗੁਰਦੁਆਰਾ ਸਾਹਿਬ। ਤੇ ਗੁਰਮੁਖ ਪਿਆਰਿਓ, ਇਸ ਦਰ ਤੇ ਪ੍ਰਵਾਨ ਫਿਰ ਹੋਵਾਂਗੇ ਜੇ ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਬਾਣੀ ਨੂੰ ਸੁਣਾਂਗੇ। ਆਹ ਸਮਾਂ ਸਾਡਾ ਲੇਖੇ ਦੇ ਵਿੱਚ ਹੈ ਜਿਹੜਾ ਅਸੀਂ ਬੈਠਦੇ ਸਤਸੰਗ ਦੇ ਵਿੱਚ, ਜਿਹੜਾ ਥੱਲੇ ਬੈਠ ਕੇ ਗੱਲਾਂ ਬਾਤਾਂ ਮਾਰ ਕੇ ਮੁੜ ਜਾਣਾ, ਇਹ ਤਾਂ ਗੁਰਮੁਖ ਪਿਆਰਿਓ ਬਾਹਰ ਵੀ ਬੜਾ ਜਗ੍ਹਾ ਨੇ ਗੱਲਾਂ ਬਾਤਾਂ ਕਰਨ ਵਾਸਤੇ, ਪਰ ਗੁਰੂ ਦਾ ਦਰਬਾਰ ਤੇ ਗੁਰਮੁਖ ਪਿਆਰਿਓ ਇੱਥੇ ਇੱਕ ਇੱਕ ਸੈਕਿੰਡ ਜਿਹੜਾ ਸਾਡਾ ਸਮਾਂ ਲੇਖੇ ਦੇ ਵਿੱਚ ਆ, ਉਹ ਦਰਗਾਹ ਦੇ ਵਿੱਚ ਹੈ ਤੇ ਸਮਾਂ ਸਾਡਾ ਸਫਲਾ ਹੋਵੇ, ਸਤਿਗੁਰੂ ਦੇ ਦਰਸ਼ਨ ਕਰੀਏ। ਤੇ ਕਈ ਵਾਰੀ ਜਦੋਂ ਇੱਛਾ ਬਣ ਜਾਂਦੀ ਹੈ ਨਾ, ਭਾਵਨਾ ਹੋਵੇ, ਤੇ ਸਤਿਗੁਰੂ ਜੀ ਆਪ ਵੀ ਦਰਸ਼ਨ ਦੇਣ ਚਲੇ ਜਾਂਦੇ, ਬਖਸ਼ਿਸ਼ਾਂ ਕਰਦੇ ਨੇ। ਬਖਸ਼ਿਸ਼ ਕੀਤੀ ਸੀ ਭਾਈ ਪੱਲੇ ਦੇ ਉੱਪਰ, ਛੇਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਇਹ ਪੱਲਾ ਕੌਣ ਸੀ? ਬੀਬੀ ਸੰਤੀ ਦਾ ਪੁੱਤਰ ਸੀ। ਬੀਬੀ ਸੰਤੀ ਦਾ ਜਨਮ ਇੱਕ ਗੁਰਸਿੱਖ ਘਰ ਦੇ ਵਿੱਚ ਹੋਇਆ ਤੇ ਉਹਦਾ ਜਨਮ ਇੱਕ ਗੁਰਸਿੱਖ ਘਰਾਣੇ ਦੇ ਵਿੱਚ ਹੋਇਆ। ਮਾਤਾ ਪਿਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੇ। ਬਾਣੀ ਪੜ੍ਹਦਾ ਪਰਿਵਾਰ, ਰੋਜ਼ ਅੰਮ੍ਰਿਤ ਵੇਲੇ ਉੱਠਦੇ ਨੇ, ਜਪਜੀ ਸਾਹਿਬ ਜੀ ਦਾ ਪਾਠ ਘਰ ਦੇ ਵਿੱਚ ਹੁੰਦਾ, ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ, ਬਾਣੀ ਪੜ੍ਹਦਾ ਸਾਰਾ ਪਰਿਵਾਰ। ਪਰ ਬੀਬੀ ਸੰਤੀ ਦਾ ਰਿਸ਼ਤਾ ਪਿੰਡ ਬਤਾਲੇ ਦੇ ਵਿੱਚ, ਬਾਬੇ ਬਕਾਲੇ ਦੇ ਕੋਲ ਹੈ, ਅੰਮ੍ਰਿਤਸਰ ਜ਼ਿਲ੍ਹਾ ਸਾਹਿਬ ਪੈਂਦਾ ਇਹਨਾਂ ਦਾ। ਬਾਬਾ ਬਕਾਲਾ ਤੇ ਬਤਾਲਾ ਇਹ ਨੇੜੇ ਨੇੜੇ ਨੇ ਤੇ ਉਹ ਬਤਾਲੇ ਨਗਰ ਦੇ ਵਿੱਚ ਬੀਬੀ ਸੰਤੀ ਦਾ ਵਿਆਹ ਹੋ ਗਿਆ। ਤੇ ਉਸ ਘਰ ਦੇ ਵਿੱਚ ਜਦੋਂ ਬੀਬੀ ਦਾ ਵਿਆਹ ਹੋਇਆ ਤੇ ਅੰਮ੍ਰਿਤ ਵੇਲਾ ਹੋਇਆ, ਨਿਯਮ ਸੀ, ਨਿਤਨੇਮ ਸੀ। ਅੰਮ੍ਰਿਤ ਵੇਲੇ ਉੱਠੀ ਆ ਤੇ ਗੁਰਮੁਖ ਪਿਆਰੇ ਇਸ਼ਨਾਨ ਕਰਕੇ ਪਾਠ ਕਰਨ ਲੱਗ ਪਏ, ਜਪਜੀ ਸਾਹਿਬ ਜੀ ਦਾ ਪਾਠ ਕਰਦੀ। ਬੀਬੀ ਸੰਤੀ ਦੀ ਸੱਸ, ਉਹਨੇ ਵੇਖਿਆ ਬੀਬੀ ਸੰਤੀ ਨੂੰ ਪਾਠ ਕਰਦੀ ਨੂੰ, ਕਹਿਣ ਲੱਗੀ ਇਹ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਪਾਠ ਨਹੀਂ ਹੁੰਦਾ, ਇਸ ਘਰ ਦੇ ਵਿੱਚ ਇਸ ਤਰ੍ਹਾਂ ਪਾਠ ਨਹੀਂ ਹੋਣਾ ਚਾਹੀਦਾ। ਇਸ ਘਰ ਦੀ ਮਰਿਆਦਾ ਤਾਂ ਇਹ ਆ, ਇਸ ਘਰ ਦਾ ਅਸੂਲ ਇਹ ਆ ਵੀ ਉਹ ਕਬਰ ਬਣੀ ਹੋਈ ਆ, ਘਰ ਦੇ ਵਿੱਚ ਚਿਰਾਗ ਲੱਗੇ ਨੇ ਤੇ ਉੱਥੇ ਉੱਠ ਕੇ ਪਹਿਲਾਂ ਮੱਥਾ ਟੇਕਣਾ, ਉਸ ਕਬਰ ਦੇ ਉੱਪਰ ਮੱਥਾ ਟੇਕਣਾ ਪਹਿਲਾਂ ਉੱਠ ਕੇ। ਤੇ ਉਹ ਬੀਬੀ ਸੰਤੀ ਕਹਿਣ ਲੱਗੀ ਮੈਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਸਿੱਖੀ ਲਈ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਦਾ ਜਿਹੜਾ ਸੀਸ ਹੈ ਉਹ ਗੁਰੂ ਦੇ ਦਰ ਤੋਂ ਬਿਨਾ ਕਿਸੇ ਅੱਗੇ ਹੋਰ ਨਹੀਂ ਝੁਕਦਾ ਹੈ। ਇਹ ਅਮਾਨਤ ਸਤਿਗੁਰੂ ਦੀ ਹੈ। ਜਿਹੜੀ ਗੁਰੂ ਦੀ ਅਮਾਨਤ ਹੋਵੇ ਨਾ, ਉਹ ਥਾਂ ਥਾਂ ਤੇ ਨਹੀਂ ਰੱਖੀ ਜਾਂਦੀ, ਉਹ ਕੇਵਲ ਆਪਣੇ ਗੁਰੂ ਦੇ ਅੱਗੇ ਰੱਖੀ ਜਾਂਦੀ ਹੈ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਤੇ ਝੁਕਾਇਆ ਨਹੀਂ ਜਾਂਦਾ। ਅਮਾਨਤ ਸਤਿਗੁਰ ਦੀ, ਥਾਂ ਤੇ ਝੁਕਾਇਆ ਨਹੀਂ ਜਾਂਦਾ। ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਤੇ ਝੁਕਾਇਆ ਨਹੀਂ ਜਾਂਦਾ। ਸਿਰ ਹੈ ਅਮਾਨਤ ਸਤਿਗੁਰ ਦੀ, ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ,
ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਹੈ ਇਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਦਿਲ ਹੈ ਇਮਾਨਤ ਸਤਿਗੁਰ ਦੀ, ਥਾਂ ਤੇ ਲਗਾਇਆ। ਦਿਲ ਹੈ ਇਮਾਨਤ ਸਤਿਗੁਰ ਦੀ, ਇਹ ਦਿਲ ਹੈ ਇਮਾਨਤ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਵੀ ਗੁਰੂ ਨੂੰ ਦਿੱਤਾ ਤੇ ਸਿਰ ਵੀ ਗੁਰੂ ਨੂੰ ਦਿੱਤਾ। ਇਹ ਨਹੀਂ ਹੈ ਵੀ ਥਾਂ ਥਾਂ ਤੇ ਝੁਕੀ ਜਾਵੇ। ਗੁਰਮੁਖ ਪਿਆਰੋ ਸੀਸ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸਿੱਖੀ ਲਈ ਹੈ ਬੀਬੀ ਸੰਤੀ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੇ। ਬਾਣੀ ਪੜ੍ਹਦੀ ਹੈ ਤੇ ਗੁਰਮੁਖ ਪਿਆਰਿਓ ਕੁਝ ਸਮਾਂ ਬੀਬੀ ਸੰਤੀ ਬਤਾਲੇ ਰਹੀ। ਕੁਝ ਸਮੇਂ ਬਾਅਦ ਆਪਣੇ ਪੇਕੇ ਘਰ ਦੇ ਵਿੱਚ ਚਲੀ ਗਈ ਤੇ ਗੁਰਮੁਖ ਪਿਆਰਿਓ ਬੀਬੀ ਸੰਤੀ ਦੇ ਘਰ ਵਾਲਾ ਉਹ ਬੀਬੀ ਸੰਤੀ ਨੂੰ ਲੈਣ ਵਾਸਤੇ ਗਿਆ। ਥੋੜੇ ਸਮੇਂ ਬਾਅਦ ਤੇ ਲੈਣ ਗਿਆ ਤੇ ਬੀਬੀ ਸੰਤੀ ਜਿਹੜੀ ਸੀ ਉਹ ਆਪਣੇ ਪਤੀ ਨੂੰ, ਆਪਣੇ ਘਰ ਵਾਲੇ ਨੂੰ ਗੁਰੂ ਨਾਨਕ ਦੇ ਘਰ ਦੇ ਬਾਰੇ ਸਮਝਾਉਂਦੀ ਹੈ। ਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਦੇ ਘਰ ਦੀਆਂ ਬਾਤਾਂ ਸੁਣਾਈਆਂ। ਗੁਰੂ ਨਾਨਕ ਦੇ ਘਰ ਦੇ ਬਾਰੇ ਦੱਸਿਆ ਤੇ ਗੁਰਮੁਖ ਪਿਆਰਿਓ ਬੀਬੀ ਸੰਤੀ ਆਪਣੇ ਘਰ ਵਾਲੇ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਗਈ ਅੰਮ੍ਰਿਤਸਰ ਸਾਹਿਬ। ਬੀਬੀ ਸੰਤੀ ਨੇ ਤੇ ਉਹਦੇ ਘਰ ਵਾਲੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ। ਉੱਥੇ ਕੁਝ ਦਿਨ ਰਹੇ ਅੰਮ੍ਰਿਤਸਰ ਸਾਹਿਬ ਤੇ ਉਹਨੇ ਵੇਖਿਆ ਵੀ ਗੁਰੂ ਨਾਨਕ ਦਾ ਸਿਧਾਂਤ ਕੀ ਹੈ। ਗੁਰੂ ਘਰ ਦੇ ਵਿੱਚ ਸੇਵਾ ਕਰਦੀ ਸੰਗਤ ਵੇਖੀ, ਗੁਰੂ ਸਾਹਿਬ ਦੀ ਬਾਣੀ ਸੁਣੀ ਤੇ ਗੁਰਮੁਖ ਪਿਆਰਿਓ ਗੁਰੂ ਨਾਨਕ ਦੀ ਬਾਣੀ ਸੁਣ ਕੇ ਗੁਰੂ ਨਾਨਕ ਦੇ ਘਰ ਦਾ ਹੀ ਬਣ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਿੱਖੀ ਪ੍ਰਾਪਤ ਕਰ। ਹੁਣ ਸਿੱਖੀ ਲੈ ਕੇ ਘਰ ਦੇ ਵਿੱਚ ਆ ਗਏ ਨੇ ਦੋਵੇਂ ਬਤਾਲੇ ਨਗਰ ਦੇ ਵਿੱਚ। ਘਰ ਦੇ ਵਿੱਚ ਆਏ ਨੇ। ਬੀਬੀ ਸੰਤੀ ਪਾਠ ਕਰਦੀ ਹੈ, ਆਪਣੇ ਘਰ ਵਾਲੇ ਨੂੰ ਵੀ ਪਾਠ ਕਰਨ ਲਾ ਲਿਆ। ਉਹਨੂੰ ਬਾਣੀ ਸਿਖਾਉਣੀ ਸ਼ੁਰੂ ਕਰ ਦਿੱਤੀ। ਬਾਣੀ ਸਿਖਾਈ ਤੇ ਬਾਣੀ ਪੜ੍ਹਨ ਲੱਗ ਗਿਆ। ਘਰ ਪਰਿਵਾਰ ਵਾਲੇ ਤੇ ਗੁਰਮੁਖ ਪਿਆਰਿਓ ਜਿਵੇਂ ਪਹਿਲਾਂ ਪੀਰਾਂ ਦੇ ਜਾਂਦਾ ਸੀ ਹੁਣ ਜਾਣੋਂ ਹਟ ਗਿਆ। ਪਰਿਵਾਰ ਵਾਲੇ ਕਹਿੰਦੇ ਵੀ ਪੀਰ ਪੁੱਠਾ ਪੈ ਜਾਊਗਾ, ਘਰ ਦਾ ਨੁਕਸਾਨ ਹੋਵੇਗਾ ਤੇ ਉਹ ਕਹਿੰਦਾ ਜੋ ਕੁਝ ਹੁੰਦਾ ਹੋ ਜਾਵੇ ਪਰ ਮੈਂ ਹੁਣ ਗੁਰੂ ਨਾਨਕ ਦਾ ਸਿੱਖ ਬਣ ਗਿਆ। ਗੁਰੂ ਅਰਜਨ ਸਾਹਿਬ ਜੀ ਤੋਂ ਸਿੱਖੀ ਲੈ ਲਈ, ਹੁਣ ਪਿੱਛੇ ਨਹੀਂ ਮੁੜਾਂਗਾ। ਬੜਾ ਉਹਨੂੰ ਘਰ ਪਰਿਵਾਰ ਵਾਲੇ ਕਹਿੰਦੇ ਨੇ ਪਰ ਗੁਰਮੁਖ ਪਿਆਰਿਓ ਬੀਬੀ ਸੰਤੀ ਦੇ ਘਰ ਵਾਲਾ ਇੱਕੋ ਹੀ ਗੱਲ ਕਹਿ ਰਿਹਾ ਹੈ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮਿਹਰ ਗੁਰਾਂ ਦੀ ਹੋਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ। ਜੀਵਨ ਬਦਲ ਗਿਆ, ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋਈ।
ਹੋਈ ਮਿਹਰ ਗੁਰਾਂ ਦੀ ਹੋਈ ਮੇਰੇ ਤੇ ਮਿਹਰ ਗੁਰਾਂ ਦੀ ਹੋਈ ਮਿਹਰ ਗੁਰਾਂ ਦੀ ਹੋਈ ਮੇਰੇ ਤੇ ਮਿਹਰ ਗੁਰਾਂ ਦੀ ਹੋਈ ਮਿਹਰ ਗੁਰਾਂ ਦੀ ਹੋਈ ਮੇਰੇ ਤੇ ਮਿਹਰ ਗੁਰਾਂ ਦੀ ਹੋਈ ਮਿਹਰ ਗੁਰਾਂ ਦੀ ਹੋਈ ਮੇਰੇ ਤੇ ਮਿਹਰ ਗੁਰਾਂ ਦੀ ਹੋਈ ਕਹਿਣ ਲੱਗਿਆ ਹੁਣ ਮੇਰਾ ਜੀਵਨ ਬਦਲ ਗਿਆ। ਹੁਣ ਮੈਂ ਥਾਂ ਥਾਂ ਤੇ ਸਿਰ ਝੁਕਾਉਣ ਤੋਂ ਹਟ ਗਿਆ। ਹੁਣ ਮੇਰਾ ਸਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕ ਗਿਆ। ਹੁਣ ਮੈਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਬਣ ਗਿਆ ਤੇ ਗੁਰਮੁਖ ਪਿਆਰੋ ਰੋਟ ਲਾਉਣੇ ਬੰਦ ਕਰ ਦਿੱਤੇ, ਚਿਰਾਗ ਲਾਉਣੇ ਬੰਦ ਕਰ ਦਿੱਤੇ। ਘਰ ਦੇ ਪਰਿਵਾਰ ਨੇ ਅੱਡ ਕਰ ਦਿੱਤਾ। ਛੋਟਾ ਜਿਹਾ ਕੱਚਾ ਜਿਹਾ ਮਕਾਨ ਕੋਠਾ ਦੇ ਦਿੱਤਾ, ਥੋੜੇ ਜਿਹੇ ਭਾਂਡੇ ਤੇ ਥੋੜੀ ਜਿਹੀ ਜ਼ਮੀਨ ਦੇ ਦਿੱਤੀ ਆ ਜਿੱਥੇ ਕੁਝ ਪੈਦਾ ਨਹੀਂ ਹੁੰਦਾ ਸੀ। ਮਾੜੀ ਜ਼ਮੀਨ ਮਾੜਾ ਘਰ ਸਭ ਕੁਝ ਦੇ ਦਿੱਤਾ। ਪਰ ਗੁਰਮੁਖ ਪਿਆਰਿਓ ਮਿਹਨਤ ਕਰਦਾ ਗੁਰੂ ਦਾ ਸਿੱਖ ਬਣ ਕੇ। ਗੁਰਮੁਖ ਪਿਆਰਿਓ ਜਿਹੜਾ ਗੁਰੂ ਦਾ ਸਿੱਖ ਹੁੰਦਾ ਨਾ, ਉਹ ਸਿਦਕ ਰੱਖਦਾ, ਭਰੋਸਾ ਰੱਖਦਾ, ਵਿਸ਼ਵਾਸ ਰੱਖ ਕੇ ਜਦੋਂ ਮਿਹਨਤ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਿਹਨਤ ਨੂੰ ਫਲ ਜ਼ਰੂਰ ਲਾਉਂਦੇ ਨੇ। ਤੇ ਗੁਰਮੁਖ ਪਿਆਰਿਓ ਸੇਵਾ ਕਰਦਾ ਤੇ ਦਸਵੰਧ ਵੀ ਕੱਢਦਾ। ਪਰ ਗੁਰਮੁਖ ਪਿਆਰਿਓ ਥੋੜੇ ਸਮੇਂ ਬਾਅਦ ਐਸੀ ਜੀ ਖੇਡ ਵਰਤੀ। ਕਈ ਵਾਰੀ ਗੁਰੂ ਪਰਚੇ ਵੀ ਬੜੇ ਪਏ, ਪਰ ਉਹਨਾਂ ਪਰਚਿਆਂ ਦੇ ਵਿੱਚੋਂ ਪਾਸ ਬਿਰਲੇ ਹੁੰਦੇ। ਤੇ ਗੁਰਮੁਖ ਪਿਆਰਿਓ ਜਦੋਂ ਲੱਗਦੀ ਕਸੌਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਗਏ। ਤੇ ਸਾਡੇ ਤਾਂ ਥੋੜਾ ਜਿਹਾ ਕੋਈ ਦੁੱਖ ਦਾ ਸਮਾਂ ਮੁਸੀਬਤ ਆ ਜਾਵੇ ਇਸ ਤਾਂ ਗੁਰੂ ਨੂੰ ਭੁੱਲ ਜਾਂਦੇ, ਡੋਲ ਜਾਂਦੇ ਆ। ਗੁਰਮੁਖ ਪਿਆਰਿਓ ਸਾਡਾ ਮਨ ਤਾਂ ਐ ਡੋਲਦਾ ਜਿਵੇਂ ਥਾਲ 'ਚ ਪਾਣੀ ਪਾਇਆ ਹਿਲਦਾ ਨਾ, ਐ ਮਨ ਡੋਲਦਾ ਸਾਡਾ। ਤੇ ਇਸ ਕਰਕੇ ਗੁਰਮੁਖ ਪਿਆਰਿਓ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਉਹ ਡੋਲਦੇ ਨਹੀਂ ਹੁੰਦੇ। ਘਰ ਦੇ ਵਿੱਚ ਗਰੀਬੀ ਆ ਗਈ ਹੈ ਪਰ ਡੋਲੇ ਨਹੀਂ। ਸਮਾਂ ਆਇਆ, ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲੈ ਲਿਆ। ਬੀਬੀ ਸੰਤੀ ਦੇ ਘਰ ਦੇ ਵਿੱਚ ਬੀਬੀ ਸੰਤੀ ਦੀ ਕੁੱਖ ਤੋਂ ਇੱਕ ਬੱਚੇ ਨੇ ਜਨਮ ਲਿਆ। ਤੇ ਗੁਰਮੁਖ ਪਿਆਰਿਓ ਉਹ ਬੱਚਾ ਅਜੇ ਛੋਟਾ ਜਿਹਾ, ਤੇ ਬੀਬੀ ਸੰਤੀ ਦੇ ਘਰ ਵਾਲਾ ਚੜਾਈ ਕਰ ਗਿਆ, ਰੱਬ ਨੂੰ ਪਿਆਰਾ ਹੋ ਗਿਆ। ਹੁਣ ਉਹ ਬੀਬੀ ਸੰਤੀ ਜਿਹੜੀ ਆ ਤੇ ਗੁਰਮੁਖ ਪਿਆਰਿਓ ਘਰ ਪਰਿਵਾਰ ਨੇ ਅੱਡ ਕੀਤਾ, ਪਰ ਬਾਣੀ ਪੜ੍ਹਦੀ ਹੈ। ਭਰੋਸਾ ਗੁਰੂ ਸਾਹਿਬ ਦੇ ਉੱਪਰ ਬਣਿਆ ਹੋਇਆ, ਡੋਲਦੀ ਨਹੀਂ। ਆਪ ਮਿਹਨਤ ਕਰਦੀ ਹੈ, ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ। ਪਰ ਗੁਰਮੁਖ ਪਿਆਰਿਓ ਬਾਣੀ ਨਹੀਂ ਸਕੀ, ਬਾਣੀ ਦਾ ਪੱਲਾ ਫੜਿਆ ਹੋਇਆ। ਤੇ ਜਦੋਂ ਕਿਤੇ ਮਨ ਡੋਲਦਾ ਤੇ ਗੁਰੂ ਦੇ ਸ਼ਬਦ ਦਾ ਹੋੜਾ ਲਾਉਂਦਾ। ਪਰ ਗੁਰਮੁਖ ਪਿਆਰਿਓ ਕੱਲਾ ਇਹ ਨਹੀਂ ਸੀ ਪੜ੍ਹਿਆ ਸੀ, ਪਰ ਗੁਰੂ ਨੂੰ ਸਮਝਿਆ ਹੋਇਆ ਸੀ, ਗੁਰੂ ਦਾ ਅਸਲੀ ਦਰਸ਼ਨ ਕੀਤਾ ਹੋਇਆ ਸੀ। ਗੁਰਬਾਣੀ ਨਿਤਨੇਮ ਬਾਣੀ ਤਾਂ ਅਸੀਂ ਵੀ ਪੜ੍ਹਦੇ ਹਾਂ, ਪਰ ਸਾਡੇ ਤੇ ਉਹਨਾਂ ਅਸਰ ਨਹੀਂ ਹੈ। ਪਰ ਉਹ ਬੀਬੀ ਤੇ ਅਸਰ ਸੀ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਖਿਨ ਰਮ ਗੁਰਗਮ ਹਰਦਮ ਨਹਿ ਜਮ ਹਰ ਕੰਠ ਨਾਨਕ ਔਰ ਹਾਰੀ ਦੇ। ਉਹਨੇ ਆਪਣੇ ਕੰਠ ਗਲੇ ਦਾ ਹਾਰ ਬਣਾਇਆ ਹੋਇਆ ਸੀ ਗੁਰਬਾਣੀ। ਹਰ ਇੱਕ ਕਦਮ ਗੁਰੂ ਦੇ ਬਚਨਾਂ ਦੇ ਅਨੁਸਾਰ ਗੁਰਬਾਣੀ ਨੂੰ, ਗੁਰੂ ਦੇ ਗਿਆਨ ਨੂੰ ਸਮਝ ਲੈ ਕੇ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਹੈ। ਤੇ ਗੁਰਮੁਖ ਪਿਆਰਿਓ ਆਪ ਹਲ ਵਾਹੁੰਦੀ ਹੈ, ਮਿਹਨਤ ਕਰਦੀ ਹੈ, ਖੇਤੀ ਕਰਦੀ ਹੈ, ਗੁਰੂ ਸਾਹਿਬ ਨੂੰ ਯਾਦ ਕਰਦੀ ਹੈ। ਇਹਦਾ ਪੁੱਤਰ ਥੋੜਾ ਜਿਹਾ ਵੱਡਾ ਹੋਇਆ। ਪੁੱਤਰ ਆਪਣੀ ਮਾਂ ਨੂੰ ਪੁੱਛਦਾ, ਮਾਤਾ ਮੇਰੇ ਚਾਚੇ ਤਾਏ ਸਰੀਕੇ ਵਾਲੇ ਆਪਣੇ ਇਹ ਸਾਰੇ ਜਾਂਦੇ ਨੇ ਪੀਰਾਂ ਦੇ, ਤੇ ਇਹਨਾਂ ਦੇ ਘਰੇ ਪੀਰ ਫਕੀਰ ਆਉਂਦੇ ਨੇ ਤੇ ਮੇਲੇ ਲੱਗਦੇ ਇਹਨਾਂ ਦੇ ਘਰਾਂ ਦੇ ਵਿੱਚ। ਤੇ ਜਿਹਨੂੰ ਆਪਾਂ ਯਾਦ ਕਰਦੇ ਆ, ਆਪਾਂ ਮੰਨਦੇ ਆ ਕਿਤੇ ਆਪਣੇ ਘਰ ਵੀ ਆਉਣਗੇ।
ਤੇ ਆਪਾਂ ਚੱਲੀਏ ਕਿਤੇ ਉਹਨਾਂ ਦੇ ਦਰਸ਼ਨ ਕਰਨ। ਬੀਬੀ ਸੰਤੀ ਕਹਿੰਦੀ ਜਾ ਕੇ ਦਰਸ਼ਨ ਕੀਤੇ ਤੇ ਕੀ ਕੀਤੇ, ਕਦੇ ਆਪ ਆਵੇਗਾ ਦਰਸ਼ਨ ਦੇਣ ਵਾਸਤੇ। ਪੁੱਤਰ ਕਹਿੰਦਾ ਮਾਂ ਆਪ ਆਊਗਾ? ਕਹਿੰਦੇ ਕਿ ਹਾਂ। ਹੁਣ ਪੰਜਵੇਂ ਪਾਤਸ਼ਾਹ ਨਹੀਂ, ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦੀ ਪਾ ਗਏ ਨੇ ਤੇ ਛੇਵੇਂ ਪਾਤਸ਼ਾਹ ਗੁਰਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਮਾਂ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਨੇ। ਬੀਬੀ ਸੰਤੀ ਬਤਾਲੇ ਖੇਤੀ ਕਰਦੀ ਆ, ਮਿਹਨਤ ਕਰਦੀ ਆ, ਤੇ ਪੁੱਤਰ ਨੂੰ ਕਿਹਾ ਬੇਟਾ ਗੁਰੂ ਸਾਹਿਬ ਆਉਣਗੇ, ਯਾਦ ਕਰ ਸਤਿਗੁਰਾਂ ਨੂੰ, ਪਰ ਇੱਕ ਗੱਲ ਯਾਦ ਰੱਖੀ, ਲੰਮੇ ਕੱਦ ਵਾਲੇ ਨੇ ਗੁਰੂ ਸਾਹਿਬ, ਇਹੋ ਜਿਹੀ ਪੋਸ਼ਾਕ ਉਹਨਾਂ ਦੇ ਪਾਈ ਹੋਵੇਗੀ, ਉਹਨਾਂ ਦੇ ਦੋ ਤਲਵਾਰਾਂ ਪਹਿਨੀਆਂ ਹੋਣਗੀਆਂ ਨੀਰੀ ਤੇ ਪੀਰੀ ਦੀਆਂ, ਸਿਰ ਤੇ ਤਾਜ ਹੋਊਗਾ, ਕਲਗੀ ਲੱਗੀ ਹੋਵੇਗੀ, ਘੋੜੇ ਦੇ ਉੱਪਰ ਆਉਣਗੇ, ਹੋ ਸਕਦਾ ਨਾਲ ਫੌਜਾਂ ਵੀ ਲੈ ਕੇ ਆਉਣ। ਪੁੱਤਰ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਕਿਤੇ ਤੈਨੂੰ ਮਿਲਣ, ਤੇ ਜਦੋਂ ਵੀ ਕਿਤੇ ਆਏ ਦਰਸ਼ਨ ਕਰਕੇ ਆਪ ਇੱਕ ਨਾਲ ਗੁੜ ਦੀ ਰੋੜੀ ਦੇ ਦਿੱਤੀ ਆ ਬੀਬੀ ਸੰਤੀ ਨੇ ਆਪਣੇ ਪੁੱਤਰ ਨੂੰ। ਕਹਿੰਦੀ ਇਹਨੂੰ ਪੱਲੇ ਦੇ ਨਾਲ ਬੰਨ੍ਹ ਲਾ। ਕਈ ਇਤਿਹਾਸਕਾਰ ਇਹ ਦੱਸਦੇ ਨੇ ਉਹਦਾ ਨਾਮ ਪੱਲਾ ਇਸ ਕਰਕੇ ਪਿਆ ਸੀ। ਕਈ ਇਤਿਹਾਸਕਾਰ ਇਹ ਲਿਖਦੇ ਨੇ ਵੀ ਪਹਿਲਾਂ ਨਾਮ ਪੱਲਾ ਰੱਖਿਆ ਸੀ, ਕਈ ਇਤਿਹਾਸਕਾਰ ਇਹ ਦੱਸਦੇ ਨੇ ਵੀ ਇੱਥੋਂ ਉਹਦਾ ਨਾਮ ਪੱਲਾ ਪਿਆ ਸੀ ਕਿਉਂਕਿ ਪੱਲੇ ਦੇ ਨਾਲ ਉਹ ਗੁੜ ਬੰਨ੍ਹ ਕੇ ਰੱਖਦਾ ਸੀ, ਇੱਕ ਟਕਾ ਤੇ ਇੱਕ ਗੁੜ ਦੀ ਰੋੜੀ। ਵੀ ਜਦੋਂ ਗੁਰੂ ਸਾਹਿਬ ਆਉਣਗੇ ਟਕਾ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਇਹ ਗੁੜ ਸੁਣਾਉਣਾ ਗੁਰੂ ਸਾਹਿਬ ਜੀ। ਹਰ ਵੇਲੇ ਗੁਰਮੁਖ ਪਿਆਰਿਓ ਯਾਦ ਕਰਦਾ, ਤੇ ਪਿੰਡ ਦੇ ਲੋਕ ਜਿਹੜੇ ਹੁੰਦੇ ਨੇ ਗੁਰਮੁਖ ਪਿਆਰਿਓ ਬੋਲੀਆਂ ਮਾਰਦੇ ਨੇ, ਬੜਾ ਕੁਝ ਕਹਿੰਦੇ ਨੇ, ਮਿਹਣੇ ਵੀ ਬੜੇ ਦਿੰਦੇ ਨੇ, ਤੇ ਗੁਰਮੁਖ ਪਿਆਰਿਓ ਬੀਬੀ ਸੰਤੀ ਸਭ ਕੁਝ ਝੱਲਦੀ ਹੈ। ਆਪਾਂ ਨੂੰ ਪਤਾ ਹੀ ਆ ਲੋਕ ਟਿਕਣ ਨਹੀਂ ਦਿੰਦੇ ਨੇ, ਬੜਾ ਕੁਝ ਬੋਲਦੇ ਨੇ, ਪਰ ਗੁਰਮੁਖ ਪਿਆਰਿਓ ਸਭ ਕੁਝ ਝੱਲਦੀ ਆ, ਪਰ ਗੁਰੂ ਗੁਰੂ ਜਪਦੀ ਹੈ, ਸਤਿਗੁਰੂ ਨੂੰ ਯਾਦ ਕਰਦੀ ਆ। ਹੁਣ ਬੀਬੀ ਸੰਤੀ ਦਾ ਪੁੱਤਰ ਵੀ ਥੋੜਾ ਵੱਡਾ ਹੋ ਗਿਆ ਤੇ ਹਰ ਵੇਲੇ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ, ਤੇ ਗੁਰਮੁਖ ਪਿਆਰਿਓ ਕਈ ਵਾਰੀ ਖੇਤ ਦੇ ਵਿੱਚ ਬੈਠਾ ਅੱਖਾਂ ਬੰਦ ਕਰ ਲੈਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜਿਵੇਂ ਮਾਂ ਨੇ ਦੱਸਿਆ ਵੀ ਇਹੋ ਜਿਹੇ ਨੇ, ਤੇ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਉਹਨਾਂ ਦਾ ਧਿਆਨ ਧਰ ਕੇ ਸਤਿਗੁਰਾਂ ਨੂੰ ਤੇ ਗੁਰਮੁਖ ਪਿਆਰਿਓ ਯਾਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨੈ। ਜਿਵੇਂ ਚਾਤ੍ਰਿਕ ਪੀਹਾ ਦਰਸਦਾ ਸ਼ਾਂਤੀ ਬੂੰਦ ਨੂੰ, ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਬੀਬੀ ਸੰਤੀ ਦਾ ਪੁੱਤਰ ਭਾਈ ਪੱਲਾ ਯਾਦ ਕਰਦਾ। ਸੱਚੇ ਪਾਤਸ਼ਾਹ ਮਿਹਰ ਕਰੋ। ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ, ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ
ਕਈ ਵਾਰੀ ਭਾਈ ਪੱਲਾ ਖੇਤ ਦੇ ਵਿੱਚ ਬੈਠਾ ਰਾਹ ਵੱਲ ਨੂੰ ਤੱਕਦਾ, ਉੱਠ ਉੱਠ ਕੇ ਵੇਖਦਾ, ਜਦੋਂ ਕਿਤੇ ਨਜ਼ਰ ਨਾ ਆਵੇ ਫੇਰ ਅੱਖਾਂ ਬੰਦ ਕਰਕੇ ਬੈਠ ਜਾਂਦਾ। ਮਨ ਦੇ ਵਿੱਚ ਬੜਾ ਪਿਆਰ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ ਵਸਾਵਾ। ਆਜੋ ਮਹਾਰਾਜ ਕਿਤੇ ਕਰ ਦਿਓ ਕਿਰਪਾ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ ਵਸਾਵਾ। ਸੋਹਣੇ ਚਰਨ ਸੋਹਣੇ ਚਰਨ ਤੁਸਾਂ ਦਾ ਜੋੜਾ, ਸੋਹਣੇ ਚਰਨ ਤੁਸਾਂ ਦਾ ਜੋੜਾ। ਇਹ ਦੋਏ ਨੈਣ ਬਣਾਵਾ, ਅੱਖਾਂ ਵਿੱਚ ਸਫੈਦੀ ਆਈ। ਤੱਕਦਿਆਂ ਰਾਹ ਤੇਰਾ ਇੱਕ ਅਰਜ਼ੋਈ ਸੁਣ ਲੈ ਮੇਰੀ। ਵੇਖੋ ਕਿਹੋ ਜਿਹਾ ਸਮਾਂ ਹੋਵੇਗਾ, ਕਿਵੇਂ ਯਾਦ ਕਰਦਾ ਜਾਂਦਾ। ਇੱਕ ਅਰਜ਼ੋਈ ਸੁਣ ਲੈ ਮੇਰੀ, ਕਦੇ ਪਾ ਦਾਸਾਂ ਵੱਲ ਫੇਰਾ। ਬਲਿਹਾਰੇ ਉਹਨਾਂ ਰਾਹਾਂ ਤੋਂ, ਲਿਹਾਰੇ ਉਹਨਾਂ ਰਾਹਾਂ ਤੋਂ। ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਆਉਣਾ, ਬਲਿਹਾਰੇ ਉਹਨਾਂ ਰਾਹਾਂ ਤੋਂ, ਹਾਰੇ ਉਹਨਾਂ ਰਾਹਾਂ ਤੋਂ। ਸਤਿਗੁਰ ਆਉਣਾ, ਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਰਾਹੇ ਸਤਿਗੁਰ ਆਉਣਾ, ਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਕਹਿੰਦਾ ਮੈਂ ਬਲਿਹਾਰ ਜਾਵਾਂ ਉਹਨਾਂ ਰਾਹਾਂ ਤੋਂ, ਜਿਹੜੇ ਰਾਹੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਉਣਗੇ। ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰਮੁਖ ਪਿਆਰੇ ਜਦੋਂ ਫਿਰ ਖਿੱਚ ਪਈ ਪਿਆਰ ਦੀ, ਧੰਨ ਉਹਨਾਂ ਪ੍ਰੇਮੀਆਂ ਦੀ ਜਿਨ੍ਹਾਂ ਗੁਰਾਂ ਨਾਲ ਪ੍ਰੀਤ ਨਿਭਾਈ। ਸੀਨੇ ਨਾਲ ਲਾਈ ਹੱਸ ਕੇ ਜਿਹੜੀ ਦੁੱਖ ਤੇ ਮੁਸੀਬਤ ਆਈ, ਦੁੱਖ ਤੇ ਮੁਸੀਬਤ ਝੱਲੀ ਪਰ ਅੰਦਰ ਪਿਆਰ ਬਣ ਗਿਆ ਵੀ ਗੁਰੂ ਸਾਹਿਬ ਆ ਕੇ ਦਰਸ਼ਨ ਬਖਸ਼ਿਸ਼ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਜਿਹਨੇ ਜਿਹਨੇ ਖਿੱਚ ਪਾਈ ਤੇ ਸਤਿਗੁਰੂ ਆਪ ਚੱਲ ਕੇ ਗਏ। ਕਸ਼ਮੀਰ ਦੀ ਧਰਤੀ ਤੇ ਮਾਈ ਭਾਗ ਭਰੀ ਨੇ ਯਾਦ ਕੀਤਾ, ਸਤਿਗੁਰੂ ਨੇ ਉੱਥੇ ਦਰਸ਼ਨ ਦਿੱਤੇ। ਭਾਈ ਰੂਪੇ ਤੇ ਸਾਧੇ ਨੇ ਯਾਦ ਕੀਤਾ, ਖੇਤਾਂ ਦੇ ਵਿੱਚ ਬੈਠੇ ਠੰਡਾ ਜਲ ਤੇ ਗੁਰਮੁਖ ਪਿਆਰੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਗਏ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਅੱਜ ਭਾਈ ਪੱਲਾ ਆਪਣੇ ਖੇਤਾਂ ਦੇ ਵਿੱਚ ਬੈਠਾ ਯਾਦ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰਮੁਖ ਪਿਆਰਿਓ ਪਿਆਰ ਦੇ ਵਿੱਚ ਆਪ ਕੁਝ ਨਾਲ ਸਿੰਘ ਨੇ ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਬਤਾਲੇ ਨਗਰ ਦੇ ਵਿੱਚ ਆਏ। ਇਹੋ ਜਿਹੇ ਲੋਕ ਬੇਮੁਖ ਉੱਥੋਂ ਦੇ ਦੇਖੋ, ਸਤਿਗੁਰੂ ਆਏ ਕਿਸੇ ਨੇ ਨਮਸਕਾਰ ਨਹੀਂ ਕੀਤੀ। ਸਿੱਖ ਕਹਿਣ ਲੱਗੇ ਮਹਾਰਾਜ ਕਿਹੋ ਜਿਹੇ ਲੋਕ ਨੇ, ਸਤਿਕਾਰ ਨਹੀਂ ਕਰ ਰਹੇ। ਮਹਾਰਾਜ ਕਹਿੰਦੇ ਆਪਾਂ ਇਹਨਾਂ ਤੋਂ ਕੀ ਲੈਣਾ, ਆਪਾਂ ਚੱਲਣਾ ਉੱਥੇ ਜਿਹੜਾ ਯਾਦ ਕਰਦਾ ਆਪਾਂ ਨੂੰ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਭਾਈ ਪੱਲੇ ਦੇ ਕੋਲ ਖੇਤ ਦੇ ਵਿੱਚ ਪਹੁੰਚ ਗਏ ਨੇ। ਜਦੋਂ ਪਹੁੰਚੇ ਖੇਤ ਵਿੱਚ ਭਾਈ ਪੱਲੇ ਦੀਆਂ ਅੱਖਾਂ ਬੰਦ ਨੇ ਤੇ ਯਾਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾ ਕੇ ਆਪ ਆਵਾਜ਼ ਦਿੱਤੀ, ਪੱਲਿਆ ਅੱਖਾਂ ਖੋਲ, ਆ ਗਏ ਆ ਜਿਨ੍ਹਾਂ ਨੂੰ ਯਾਦ ਕਰਨਾ। ਮਹਾਰਾਜ ਜੇ ਅੱਖਾਂ ਖੋਲ ਲੈਣਾ ਦਿਸਦੇ ਨਹੀਂ, ਤੁਸੀਂ ਅੱਖਾਂ ਬੰਦ ਕਰਿਆ ਤੇ ਤੁਸੀਂ ਦਿਸਦੇ ਹੋ। ਮਹਾਰਾਜ ਕਹਿੰਦੇ ਅੱਜ ਤੇਰੇ ਕੋਲੇ ਸਾਹਮਣੇ ਖੜਿਆ, ਖੋਲ ਅੱਖਾਂ। ਤੇ ਜਦੋਂ ਅੱਖਾਂ ਖੋਲੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਚਿਹਰਾ ਜਿਹੋ ਜਿਹਾ ਮਾਂ ਨੇ ਦੱਸਿਆ ਸੀ, ਜਦੋਂ ਕੀਤੇ ਦਰਸ਼ਨ
ਝੱਟ ਦੇ ਨੇ ਪੱਲੇ ਦੇ ਨਾਲੋਂ ਗੁੜ ਖੋਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਸਤਿਗੁਰਾਂ ਨੂੰ ਗੁੜ ਭੇਟਾ ਕਰਨ ਲੱਗਿਆ ਤੇ ਜੋ ਟਕਾ ਸੀ ਉਹ ਭੇਟਾ ਕਰਨ ਲੱਗਿਆ ਤੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪੱਲਿਆ ਹੁਣ ਵਿਦਾ ਕਰਨ ਲੱਗਿਆ ਬੁਲਾਇਆ ਨਾਲੇ ਇੰਨਾ ਛੇਤੀ ਮਹਾਰਾਜ ਕਹਿੰਦੇ ਵਿਦਾ ਨਹੀਂ ਹੋਣਾ ਕਹਿੰਦੇ ਐ ਨਹੀਂ ਕਿ ਹੁਣ ਗੁੜ ਨਾਲ ਨਹੀਂ ਸਰਨਾ ਹੁਣ ਘਰ ਚੱਲ ਪ੍ਰਸਾਦਾ ਛਕ ਕੇ ਜਾਵਾਂਗੇ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਸਾਦਾ ਛਕ ਕੇ ਜਾਵਾਂਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਘੋੜੇ ਦੇ ਉੱਪਰ ਸਵਾਰ ਨੇ ਭਾਈ ਪੱਲਾ ਖੇਤਾਂ ਦੇ ਵਿੱਚੋਂ ਆਪ ਅੱਗੇ ਅੱਗੇ ਭੱਜਿਆ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਆਪਣੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਮਾਂ ਜਿਹਨੂੰ ਯਾਦ ਕਰਦੀਆਂ ਰੋਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਆਪ ਆ ਗਏ ਨੇ ਮਾਂ ਕਹਿਣ ਲੱਗੀ ਕਿਉਂ ਮਜ਼ਾਕ ਕਰਦਾ ਪਰ ਗੁਰਮੁਖ ਪਿਆਰਿਓ ਪਿਆਰ ਦੇਖੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ 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 ਦਾ ਖੜਾ ਹੈ ਦੁਆਰੇ ਰੱਬ ਪਿਆਰ ਦੇ ਵਿੱਚ ਬੰਨੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਆਪ ਬੀਬੀ ਸੰਤੀ ਦੇ ਦਰਵਾਜ਼ੇ ਦੇ ਅੱਗੇ ਖੜੇ ਹੋਏ ਆਵਾਜ਼ ਦਿੱਤੀ ਭਾਈ ਪੱਲੇ ਨੇ ਮਾਂ ਜਿਨ੍ਹਾਂ ਨੂੰ ਯਾਦ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਆ ਗਏ ਨੇ ਤੇ ਗੁਰਮੁਖ ਪਿਆਰਿਓ ਦਰਵਾਜ਼ਾ ਖੋਲ੍ਹਿਆ ਤੇ ਮਾਂ ਪੱਲੇ ਦੀ ਮਾਤਾ ਨੇ ਬੀਬੀ ਸੰਤੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ ਮਹਾਰਾਜ ਕਹਿਣ ਲੱਗੇ ਸੰਤੀ ਨੂੰ ਮਾਤਾ ਪ੍ਰਸਾਦਾ ਤਿਆਰ ਕਰ ਪ੍ਰਸਾਦਾ ਛਕਾਂਗੇ ਤੇ ਗੁਰਮੁਖ ਪਿਆਰਿਓ ਲੋਕ ਜਿਹੜੇ ਨੇ ਆ ਗਏ ਨੇ ਵੇਖਣ ਵਾਸਤੇ ਵੀ ਅੱਜ ਭਾਈ ਪੱਲੇ ਦੇ ਘਰੇ ਇੰਨੇ ਸਿੱਖ ਆਏ ਨੇ ਨਾਲ ਇਹਨਾਂ ਦਾ ਗੁਰੂ ਆਇਆ ਤੇ ਕੀ ਸਿਖਾਉਣਗੇ ਕਹਿੰਦੇ ਇਤਿਹਾਸ ਇਹ ਦੱਸਦਾ ਕਹਿੰਦੇ ਨਾਲ ਦੇ ਗੁਆਂਢੀਆਂ ਨੇ ਘਰਾਂ ਨੇ ਇਹ ਵੀ ਕਹਿ ਦਿੱਤਾ ਸੀ ਵੀ ਜੇ ਕੁਝ ਮੰਗਣ ਆਉਣਗੇ ਤਾਂ ਦੇਣਾ ਨਹੀਂ ਦੇਖਦੇ ਆ ਵੀ ਕੀ ਸਿਖਾਉਂਦੇ ਨੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੁਝ ਸਿੰਘ ਨੇ ਗੁਰਮੁਖ ਪਿਆਰਿਓ ਤੇ ਇਤਿਹਾਸ ਦੱਸਦਾ ਵੀ 10-15 ਸਿੰਘ ਨਾਲ ਨੇ ਤੇ ਥੋੜਾ ਜਿਹਾ ਘਰ ਦੇ ਵਿੱਚ ਆਟਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਸਾਦਾ ਤਿਆਰ ਕਰੋ ਹੁਣ ਬੀਬੀ ਸੰਤੀ ਪ੍ਰਸਾਦਾ ਆਟਾ ਗੁੰਨਣ ਲੱਗੀ ਹੈ ਤੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਲੱਗੇ ਨਾ ਪ੍ਰਸਾਦਾ ਥਾਲ ਦੇ ਵਿੱਚ ਰੱਖ ਕੇ ਅੱਗੇ ਛਕਾਉਣ ਮਾਰੇ ਕਹਿਣ ਲੱਗੇ ਪਹਿਲਾਂ ਜਿਹੜੇ ਆ ਖੜੇ ਨਾ ਆਂਢ ਗੁਆਂਢ ਵਾਲੇ ਇਹਨਾਂ ਨੂੰ ਛਕਾਓ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਾਰੇ ਕਹਿਣ ਲੱਗੇ ਆਓ ਭਾਈ ਲੰਗਰ ਛਕੋ ਕਹਿਣ ਲੱਗੇ ਆਂਢ ਗੁਆਂਢ ਵਾਲੇ ਕਹਿੰਦੇ ਨੇ ਕਹਿੰਦੇ ਇਹਨਾਂ ਕੋਲੇ ਤੁਹਾਡੇ ਜਿੰਨੇ ਤੁਹਾਡਾ ਹੀ ਸਰ ਜਾਵੇ ਇੰਨਾ ਬਹੁਤ ਹੈ ਥੋੜਾ ਹੀ ਹੋਵੇਗਾ ਤੁਹਾਡੇ ਜਿੰਨਾ ਹੀ ਹੋਵੇਗਾ ਇਹਨਾਂ ਕੋਲੇ ਆਟਾ ਤੁਸੀਂ ਛਕੋ ਮਹਾਰਾਜ ਕਹਿੰਦੇ ਹੁਣ ਗੁਰੂ ਨਾਨਕ ਦਾ ਲੰਗਰ ਬਣ ਗਿਆ ਗੁਰੂ ਨਾਨਕ ਦਾ ਲੰਗਰ ਤੇ ਗੁਰਮੁਖ ਪਿਆਰਿਓ ਕਦੇ ਮੁੱਕਦਾ ਨਹੀਂ ਆਪਾਂ ਦੇਖਦੇ ਹਾਂ ਦਿੱਲੀ ਦੇ ਵਿੱਚ ਬਦਾਮਾਂ ਦੇ ਲੰਗਰ ਕਿਵੇਂ ਲੱਗਦੇ ਨੇ ਗੁਰਮੁਖ ਪਿਆਰਿਓ ਜਿਹੜੀਆਂ ਚੀਜ਼ਾਂ ਕਦੇ ਕਿਸੇ ਨੇ ਵੇਖੀਆਂ ਨਹੀਂ ਉਹਨਾਂ ਦੇ ਲੰਗਰ ਅੱਜ ਲੱਗੇ ਪਏ ਇਹ ਗੁਰੂ ਨਾਨਕ ਦਾ 20 ਰੁਪਈਆਂ ਦਾ ਲੰਗਰ ਚਲਾਇਆ ਤੇ ਗੁਰਮੁਖ ਪਿਆਰਿਓ ਰਹਿੰਦੀ ਦੁਨੀਆ ਤੱਕ ਚੰਦ ਸੂਰਜ ਅਸਮਾਨ ਜਿੰਨਾ ਤੇ ਰਹਿਣਗੇ ਚੱਲਦਾ ਰਹੇਗਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਹਿੰਦੇ ਆਓ ਭਾਈ ਇਹ ਗੁਰੂ ਨਾਨਕ ਦਾ ਲੰਗਰ ਬਣ ਗਿਆ ਕਹਿੰਦੇ ਛਕੋ ਕਹਿੰਦੇ ਸਾਰੇ ਹੀ ਆ ਕੇ ਬਹਿ ਗਏ ਸਾਰਿਆਂ ਨੇ ਲੰਗਰ ਛਕਿਆ ਤੇ ਕਹਿੰਦੇ ਗੁਰੂ ਸਾਹਿਬ ਸਿੰਘ ਆਪ ਕਹਿੰਦੇ ਲੰਗਰ ਛਕਾਉਣ ਦੀ ਸੇਵਾ ਕਰਦੇ
ਉਹਨਾਂ ਨੂੰ ਸਾਰੀ ਸੰਗਤ ਨੂੰ ਲੰਗਰ ਛਕਾ ਕੇ ਛੇਵੇਂ ਪਾਤਸ਼ਾਹ ਨੇ ਆਪ ਲੰਗਰ ਛਕਿਆ। ਤੇ ਗੁਰਮੁਖ ਪਿਆਰਿਓ, ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਜਾ ਕੇ ਗਰੀਬਾਂ ਦੇ ਘਰਾਂ ਦੇ ਵਿੱਚ ਵੀ ਭਾਗ ਲੈਂਦੇ। ਆਪਾਂ ਇੱਥੇ ਗੱਲ ਸ਼ੁਰੂ ਕੀਤੀ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਘਰਾਂ ਦੇ ਵਿੱਚ ਆ ਕੇ ਦਰਸ਼ਨ ਬਖਸ਼ਦੇ ਨੇ ਤੇ ਗਰੀਬਾਂ ਨੂੰ ਨਵਾਜ਼ਦੇ ਨੇ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਨਵਾਜ਼ ਕਿਹਾ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਈ ਸੇਵਾ ਕਰਨ ਵਾਲਾ ਹੋਵੇ, ਭਾਵੇਂ ਛੱਪਰੀ ਪਾਈਆ ਉੱਥੇ ਵੀ ਸਤਿਗੁਰੂ ਚਲੇ ਜਾਂਦੇ, ਪਰ ਸਾਂਭਣ ਵਾਲਾ ਸੇਵਾ ਕਰਨ ਵਾਲਾ ਹੋਵੇ, ਕੋਈ ਭਾਵਨਾ ਦੇ ਨਾਲ ਰੱਖਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਤੇ ਗਏ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿਆਰ ਕਰੀਏ, ਬਾਣੀ ਨੂੰ ਪਿਆਰ ਦੇ ਨਾਲ ਪੜ੍ਹੀਏ। ਤੇ ਗੁਰਮੁਖ ਪਿਆਰਿਓ, ਅੱਜ ਕਲਯੁਗ ਦਾ ਸਮਾਂ, ਅੱਜ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਦਰਸ਼ਨ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਦਰਸ਼ਨ ਕਰੀਏ ਤੇ ਫਿਰ ਸਤਿਗੁਰੂ ਜੀ ਪ੍ਰਤੱਖ ਹੋ ਕੇ ਦਰਸ਼ਨ ਦਿੰਦੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਜਿਨ੍ਹਾਂ ਸੰਗਤਾਂ ਨੇ 3 ਦਿਨ ਗੁਰੂ ਘਰ ਦੇ ਵਿੱਚ ਪਹੁੰਚ ਕੇ ਸੇਵਾਵਾਂ ਕੀਤੀਆਂ। ਸਾਰੀਆਂ ਸੰਗਤਾਂ ਦਾ, ਮਾਈਆਂ ਭਾਈਆਂ ਦਾ, ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਕੀਰਤਨ ਦੀਵਾਨ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਸਮੇਂ ਨੂੰ ਸਫਲਾ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ, ਮਨਾਂ ਦੇ ਵਿੱਚ ਵਸ ਜਾਵੇ। ਸਾਡੇ ਅੰਦਰ ਵੀ ਜਿਹੋ ਜੀ ਸਰਦਾ ਬੀਬੀ ਸੰਤੀ ਦੀ ਤੇ ਭਾਈ ਪੱਲੇ ਦੀ ਸੀ, ਇਹੋ ਜੀ ਸਰਦਾ ਭਾਵਨਾ ਸਾਡੇ ਅੰਦਰ ਵੀ ਬਣ ਜਾਵੇ। ਅਸੀਂ ਵੀ ਸਤਿਗੁਰੂ ਦੇ ਦਰਸ਼ਨ ਕਰ ਸਕੀਏ। ਸਤਿਗੁਰੂ ਜੀ ਦੀ ਮਿਹਰ ਦੇ ਨਾਲ ਹੀ ਗੁਰੂ ਦੀ ਦਰਸ਼ਨ ਹੁੰਦੇ ਨੇ। ਭਾਗਾਂ ਵਾਲਿਆਂ ਸਾਰੀਆਂ ਸੰਗਤਾਂ ਦਾ ਧੰਨਵਾਦ। ਬਾਕੀ ਦੇ ਜੋ ਪ੍ਰੋਗਰਾਮ ਨੇ ਉਹ ਸੈਕਟਰੀ ਸਾਹਿਬ ਨੂੰ ਦੱਸਣਗੇ। ਸੋ ਆਓ ਆਨੰਦ ਸਾਹਿਬ ਜੀ ਦਾ ਪਾਠ ਕਰ ਸਮਾਪਤੀ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸੇਤੀ ਮਲਵਟੀਆਂ ਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸਭ ਗਾਵਣ ਆਈਆਂ। ਹਰੀ ਕੇ ਰਾਮ ਜਿਨੀ ਵਸਾਇਆ। ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਮੇਰੇ ਆਪੂ ਸਦਾ ਰਹੋ ਹਰਿ ਨਾਮੇ। ਹਰ ਨਾਲੇ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕੀ ਕਰੋ ਕਰੇ ਤੇਰਾ ਹਰਜ ਸਭ ਸੁਆਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਆਸਰਾ ਤੇਰੇ ਸਭ ਕਿਛ ਹੈ, ਜਿਸ ਤੇ ਸੋ ਭਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਘਰ ਸਾਥ ਸੁਖ ਮਨ ਆਏ ਵਸਿਆ, ਜਿਨੇ ਸਭ ਪੁਜਾਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਕੇ ਯਾਰੋ। ਸਾਚਾ ਸਬਦ ਕਿਤੇ ਕਰਤ ਪਾਗੇ। ਘਰ ਸਪਾਗੈ ਸਬਦ ਵਾਜੇ, ਕਲਾ ਜਿਤ ਘਰ ਤਾਰੀਆਂ। ਵਸੇ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਦਿਨ
ਕਉ ਸੇ ਨਾਮ ਹਰ ਕੈ ਲਾਗੇ ਨਾਨਕ ਤੇ ਸੁਖ ਹੋਆ ਤਿਤ ਕਰ ਅਨਹਦ ਵਾਜੇ ਅੰਧ ਸੁਣੋ ਪਟ ਪਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਸੰਤ ਮਹਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ